ਵਿਜੀਲੈਂਸ ਨੂੰ ਮਿਲਿਆ ਭਾਰਤ ਭੂਸ਼ਣ ਆਸ਼ੂ ਦਾ 27 ਅਗਸਤ ਤੱਕ ਰਿਮਾਂਡ। ਕੱਲ ਕਥਿਤ ਟਰਾਂਸਪੋਰਟ ਘੁਟਾਲੇ ਦੇ ਵਿੱਚ ਹੋਈ ਸੀ ਗ੍ਰਿਫਤਾਰੀ। ਆਸ਼ੂ ਦੀ ਪੇਸ਼ੀ ਮੌਕੇ ਲੁਧਿਆਣਾ ਦੇ ਵਿੱਚ ਜੁਟੇ ਸੀਨੀਅਰ ਕਾਂਗਰਸੀ ਲੀਡਰ। ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੇ ਸੀਐਮ ਮਾਨ ਦਾ ਵੱਡਾ ਬਿਆਨ। ਚੰਡੀਗੜ੍ਹ ਆ ਕੇ ਕਹਿੰਦੇ ਸੀ ਫੜ ਲਵੋ, ਹੁਣ ਫੜ ਲਿਆ। ਸਬੂਤਾਂ ਦੇ ਆਧਾਰ ਤੇ ਹੋ ਰਹੀ ਹੈ ਕਾਰਵਾਈ। ਪੰਜਾਬ ਨੂੰ ਲੁੱਟਣ ਵਾਲਿਆਂ ਤੋਂ ਲਵਾਂਗੇ ਹਿਸਾਬ। ਮਨਪ੍ਰੀਤ ਬਾਦਲ ਦੇ ਖਿਲਾਫ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ। ਸਰੂਪ ਚੰਦ ਸਿੰਗਲਾ ਨੇ ਕਥਿਤ ਅਨਾਜ ਘੁਟਾਲੇ ਦੇ ਵਿੱਚ ਮਨਪ੍ਰੀਤ ਬਾਦਲ ਦੇ ਖਿਲਾਫ ਮੰਗੀ ਜਾਂਚ। ਬਾਦਲ ਦੇ ਰਿਸ਼ਤੇਦਾਰ ਜੈਜੀਤ ਜੌਹਲ ਦਾ ਵੀ ਸ਼ਿਕਾਇਤ ਦੇ ਵਿੱਚ ਨਾਮ। ਵੀਵੀਆਈਪੀਜ਼ ਦੀ ਸੁਰੱਖਿਆ ਤੇ ਹਾਈ ਕੋਰਟ ਦਾ ਵੱਡਾ ਫੈਸਲਾ। ਕਿਹਾ ਸੁਰੱਖਿਆ ਕਟੌਤੀ ਤੇ ਸਮੀਖਿਆ ਕਰੇ ਸਰਕਾਰ, ਫਿਰ ਲਵੇ ਫੈਸਲਾ। ਸੁਰੱਖਿਆ ਕਟੌਤੀ ਦੀ ਜਾਣਕਾਰੀ ਜਨਤਕ ਕਰਨ ਦੇ ਨਾਲ ਗਲਤ ਤੱਥ ਚੁੱਕ ਲੈਂਦੇ ਨੇ ਫਾਇਦਾ। ਪੀਐਮ ਮੋਦੀ ਕੱਲ੍ਹ ਨਿਊ ਚੰਡੀਗੜ੍ਹ ਦੇ ਵਿੱਚ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਕਰਨਗੇ ਉਦਘਾਟਨ। ਸੁਰੱਖਿਆ ਦੇ ਕੀਤੇ ਗਏ ਪੁਖਤਾ ਪ੍ਰਬੰਧ। ਪੀਐਮ ਦੀ ਫੇਰੀ ਤੋਂ ਪਹਿਲਾਂ ਸਿਮਰਜੀਤ ਮਾਨ ਨੇ ਬੰਦੀ ਸਿੱਖਾਂ ਦੀ ਰਿਹਾਈ ਦੀ ਰੱਖੀ ਮੰਗ। ਰਾਣਾ ਗੁਰਜੀਤ ਨੇ ਚੁੱਕਿਆ ਉਦਯੋਗੀਕਰਨ ਦਾ ਮੁੱਦਾ। ਨਿਊਜ਼ 18 ਤੇ ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ। ਕਿਹਾ ਅਕਾਲੀ ਦਲ ਬਦਲੇ ਪ੍ਰਧਾਨ ਤਾਂ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦਾ ਢੀਂਡਸਾ ਪਰਿਵਾਰ। ਸੀਨੀਅਰ ਬਾਦਲ ਨੂੰ ਦੱਸਿਆ ਸਿਆਸਤ ਦੀ ਯੂਨੀਵਰਸਿਟੀ। ਓਲੰਪਿਕ 'ਚ ਮੈਡਲ ਜਿੱਤਣ ਵਾਲੇ ਹਾਕੀ ਖਿਡਾਰੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਖੋਲ੍ਹਿਆ ਮੋਰਚਾ। ਕਿਹਾ ਵਾਅਦੇ ਮੁਤਾਬਿਕ ਨਹੀਂ ਦਿੱਤੀ ਨੌਕਰੀ। ਚੰਨੀ ਸਰਕਾਰ ਨੇ ਦਿੱਤੇ ਸੀ ਆਫਰ ਲੈਟਰ, ਪਰ ਅਜੇ ਤੱਕ ਨਹੀਂ ਮਿਲੇ ਜੁਆਇਨਿੰਗ ਲੈਟਰ। ਪਟਿਆਲਾ 'ਚ ਪ੍ਰਦਰਸ਼ਨਕਾਰੀ ਲਾਈਨਮੈਨਾਂ ਤੇ ਚੱਲਿਆ ਪੁਲਿਸ ਦਾ ਡੰਡਾ ਤੰਤਰ। ਪੁਲਿਸ ਨੇ ਭਜਾ ਕੁੱਟੇ ਲਾਈਨਮੈਨ। ਨੌਕਰੀ ਤੋਂ ਪਹਿਲਾਂ ਪੇਪਰ ਦੀ ਸ਼ਰਤ ਖਿਲਾਫ ਔਰ ਕੰਮ ਦੇ ਦਫ਼ਤਰ ਦੇ ਬਾਹਰ ਦੇ ਰਹੇ ਸੀ ਧਰਨਾ। ਹਰਿਆਣਾ ਦੀ ਬੀਜੇਪੀ ਆਗੂ ਸੋਨਾਲੀ ਫਗਾੜ ਦੀ ਬੇਵਕਤੀ ਮੌਤ। ਹਰਿਆਣਾ ਕਾਂਗਰਸ ਨੇ ਸਾਜ਼ਿਸ਼ ਦਾ ਜਤਾਇਆ ਸ਼ੱਕ। ਸੀਬੀਆਈ ਜਾਂਚ ਦੀ ਕੀਤੀ ਮੰਗ। ਕੌਮੀ ਕਮਿਸ਼ਨ ਨੇ ਵੀ ਗੋਆ ਡੀਜੀਪੀ ਤੋਂ ਮੰਗੀ ਐਕਸ਼ਨ ਟੇਕਨ ਰਿਪੋਰਟ। ਸਤਿ ਸ਼੍ਰੀ ਅਕਾਲ, ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੇ। ਖਬਰ ਸਾਬਕਾ ਮੰਤਰੀ ਦੇ ਨਾਲ ਜੁੜੀ ਹੋਈ ਹੈ। ਭਾਰਤ ਭੂਸ਼ਣ ਆਸ਼ੂ ਦਾ ਰਿਮਾਂਡ ਹਾਸਲ ਕਰ ਲਿਆ ਗਿਆ। ਵਿਜੀਲੈਂਸ ਨੂੰ 27 ਅਗਸਤ ਤੱਕ ਰਿਮਾਂਡ ਮਿਲਿਆ। ਲੁਧਿਆਣਾ ਕੋਰਟ ਨੇ ਇਹ ਰਿਮਾਂਡ ਦਿੱਤਾ ਹੈ। ਵਿਜੀਲੈਂਸ ਆਸ਼ੂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਉਸ ਤੋਂ ਬਾਅਦ ਜੇ ਰਿਮਾਂਡ ਹਾਸਲ ਕੀਤਾ ਗਿਆ। 27 ਅਗਸਤ ਤੱਕ ਰਿਮਾਂਡ ਹਾਸਲ ਕੀਤਾ ਗਿਆ। ਦਰਅਸਲ ਕੱਲ ਹੀ ਗ੍ਰਿਫਤਾਰੀ ਹੋਈ ਸੀ। ਕੱਲ ਵਿਜੀਲੈਂਸ ਦਾ ਵੱਡਾ ਐਕਸ਼ਨ ਹੋਇਆ ਸੀ। ਉਸ ਤੋਂ ਬਾਅਦ ਚ ਕੋਰਟ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਤੇ 27 ਅਗਸਤ ਤੱਕ ਵਿਜੀਲੈਂਸ ਨੂੰ ਰਿਮਾਂਡ ਹਾਸਲ ਹੋਇਆ ਭਾਰਤ ਭੂਸ਼ਣ ਆਸ਼ੂ ਦਾ। ਤੇ ਇਸ ਰਿਮਾਂਡ ਦੇ ਦੌਰਾਨ ਪੂਰੇ ਮਾਮਲੇ ਨੂੰ ਲੈ ਕੇ ਜਿਹੜੇ ਕਿ ਕਥਿਤ ਘੁਟਾਲੇ ਦੇ ਇਲਜ਼ਾਮ ਲੱਗੇ ਨੇ ਉਸ ਦੇ ਨਾਲ ਸੰਬੰਧਿਤ ਹੀ ਸਵਾਲ ਜਵਾਬ ਕੀਤੇ ਜਾਣਗੇ। ਆਸ਼ੂ ਨੂੰ ਮਿਲਣ ਦੇ ਲਈ ਪਹੁੰਚੇ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਆਗੂ ਵੀ ਇਸ ਦੌਰਾਨ ਲੁਧਿਆਣਾ ਦੇ ਵਿੱਚ ਮੌਜੂਦ ਰਹੇ। ਤਸਵੀਰਾਂ ਵਿਖਾ ਰਹੇ ਹਾਂ ਜਦੋਂ ਕੋਰਟ ਦੇ ਵਿੱਚ ਪੇਸ਼ੀ ਹੋਈ ਭਾਰਤ ਭੂਸ਼ਣ ਆਸ਼ੂ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਰਿਮਾਂਡ ਮੰਗਿਆ ਗਿਆ। ਵਿਜੀਲੈਂਸ ਦੇ ਵੱਲੋਂ ਰਿਮਾਂਡ ਦੀ ਮੰਗ ਕੀਤੀ ਗਈ ਤੇ ਆਖਿਰਕਾਰ 27 ਅਗਸਤ ਤੱਕ ਭਾਰਤ ਭੂਸ਼ਣ ਆਸ਼ੂ ਨੂੰ ਰਿਮਾਂਡ ਤੇ ਭੇਜ ਦਿੱਤਾ ਗਿਆ ਲੁਧਿਆਣਾ ਦੀ ਕੋਰਟ ਦੇ ਵੱਲੋਂ, ਲੁਧਿਆਣਾ ਦੀ ਅਦਾਲਤ ਦੇ ਵੱਲੋਂ। ਦਰਅਸਲ ਕੱਲ ਹੀ ਇਹ ਵੱਡਾ ਐਕਸ਼ਨ ਹੋਇਆ ਸੀਗਾ। ਕੱਲ ਲੁਧਿਆਣਾ ਦੇ ਸੈਲੂਨ ਤੋਂ ਗ੍ਰਿਫਤਾਰੀ ਹੁੰਦੀ ਹੈ। ਉਸ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਵਿਜੀਲੈਂਸ ਨੇ 27 ਤਾਰੀਖ ਤੱਕ 27 ਅਗਸਤ ਤੱਕ ਭਾਰਤ ਭੂਸ਼ਣ ਆਸ਼ੂ ਦਾ ਰਿਮਾਂਡ ਹਾਸਲ ਕਰ ਲਿਆ। ਸੋ ਤਸਵੀਰਾਂ ਵੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਜਦੋਂ ਕੋਰਟ ਦੇ ਵਿੱਚ ਪੇਸ਼ੀ ਹੋਈ। ਭਾਰਤ ਭੂਸ਼ਣ ਆਸ਼ੂ ਦੀ ਸਖਤ ਸੁਰੱਖਿਆ ਦੇ ਹੇਠ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਬਚਾਅ ਪੱਖ ਵੱਲੋਂ, ਸਰਕਾਰੀ ਪੱਖ ਦੇ ਵੱਲੋਂ, ਸੀਨੀਅਰ ਸਰਕਾਰੀ ਵਕੀਲ ਦੇ ਵੱਲੋਂ ਆਪੋ ਆਪਣਾ ਪੱਖ ਰੱਖਿਆ ਗਿਆ ਤੇ ਆਖਿਰਕਾਰ ਵਿਜੀਲੈਂਸ ਦੇ ਵੱਲੋਂ 27 ਅਗਸਤ ਤੱਕ ਭਾਰਤ ਭੂਸ਼ਣ ਆਸ਼ੂ ਦਾ ਰਿਮਾਂਡ ਹਾਸਲ ਕੀਤਾ ਗਿਆ। ਦਰਅਸਲ ਕੱਲ ਦਾ ਇਹ ਪੂਰਾ ਐਕਸ਼ਨ ਹੈ ਜਦੋਂ ਸੈਲੂਨ ਤੇ ਪਹੁੰਚੇ ਹੋਏ ਸਨ ਤੇ ਇਸੇ ਦੌਰਾਨ ਹੀ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਲੁਧਿਆਣਾ ਤੋਂ ਰੋਹਿਤ ਗੌੜ ਜੁੜੇ ਹੋਏ ਨੇ। ਰੋਹਿਤ, 27 ਅਗਸਤ ਤੱਕ ਰਿਮਾਂਡ ਹਾਸਲ ਕੀਤਾ ਗਿਆ। ਕੀ ਕੋ ਜਾਣਕਾਰੀ, ਕੀ ਦਲੀਲਾਂ ਦਿੱਤੀਆਂ ਗਈਆਂ ਜਦੋਂ ਬਹਿਸ ਹੋ ਰਹੀ ਸੀ ਦੋਵੇਂ ਪੱਖਾਂ ਦੇ ਵੱਲੋਂ? जी बिल्कुल परमिंदर तुहानूं दस दिंदे कि तेलू राम जिसके
ਨਿਸ਼ਾਨਦੇਹੀ ਜਿਹੜੇ ਦੱਸੀ ਗਈ ਜਿਹੜੀ ਇਨਫੋਰਮੇਸ਼ਨ ਸੀ ਉਸ ਨੂੰ ਹੀ ਆਧਾਰ ਬਣਾ ਕੇ ਹੀ ਵਿਜੀਲੈਂਸ ਨੇ ਜਿਹੜੀ ਹੈ ਮਾਮਲਾ ਦਰਜ ਕੀਤਾ ਹੋਇਆ ਸੀ। ਔਰ ਉਸ ਚਲਦੇ ਹੀ ਜਿਹੜੇ ਸਾਬਕਾ ਕੈਬਨਿਟ ਮੰਤਰੀ ਹੈਗੇ ਨੇ ਭਾਰਤ ਭੂਸ਼ਣ ਆਸ਼ੂ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਔਰ ਇਸ ਚੀਜ਼ ਤੋਂ ਬਾਅਦ ਅੱਜ ਜਦੋਂ ਤੇਲੂ ਰਾਮ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਭਾਰਤ ਭੂਸ਼ਣ ਆਸ਼ੂ ਵੀ ਉੱਥੇ ਸੀਗੇ ਤੇ ਉਸ ਵੇਲੇ ਤੇਲੂ ਰਾਮ ਵੱਲੋਂ ਜੱਜ ਸਾਹਿਬ ਦੇ ਅੱਗੇ ਇਹ ਸਾਫ਼ ਤੌਰ ਤੇ ਉਸਨੇ ਮੰਨਿਆ ਕਿ ਜਿਹੜੀ ਮੈਂ ਭਾਰਤ ਭੂਸ਼ਣ ਆਸ਼ੂ ਨੂੰ ਜਿਹਨੂੰ ਬਾਈ ਨੇਮ ਕੈਬਨਿਟ ਮੰਤਰੀ ਦੇ ਤੌਰ ਤੇ ਜ਼ਰੂਰ ਮੈਂ ਜਾਣਦਾ ਸੀਗਾ, ਪਰ ਮੈਂ ਕਦੀ ਇਹਨਾਂ ਨੂੰ ਮਿਲਿਆ ਨਹੀਂ ਔਰ ਇਹਨਾਂ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ। ਤੇ ਇਸ ਚੀਜ਼ ਤੋਂ ਕਿਤੇ ਨਾ ਕਿਤੇ ਹੁਣ ਇੱਕ ਵੱਡਾ ਮੋੜ ਜਿਹੜਾ ਹੈਗਾ ਵਾ ਉਹ ਕਿਤੇ ਨਾ ਕਿਤੇ ਇਸ ਮਾਮਲੇ 'ਚ ਆਉਂਦਾ ਨਜ਼ਰ ਆ ਰਿਹਾ ਵਾ, ਕਿਉਂਕਿ ਮੇਨ ਗਵਾਹੀ ਜਿਹੜੀ ਸੀ ਉਹ ਤੇਲੂ ਰਾਮ ਦੀ ਸੀਗੀ ਔਰ ਤੇਲੂ ਰਾਮ ਵੱਲੋਂ ਹੀ ਇਸ ਗਵਾਹੀ ਨੂੰ ਹੁਣ ਕਿਤੇ ਨਾ ਕਿਤੇ ਇੱਕ ਨਵਾਂ ਮੋੜ ਦੇ ਦਿੱਤਾ ਗਿਆ ਵਾ। ਤੇ ਹੁਣ ਦੂਜੇ ਪਾਸੇ ਬੇਸ਼ੱਕ ਵਿਜੀਲੈਂਸ ਆਪਣੇ ਤੌਰ ਦੇ ਉੱਤੇ ਜਿਹੜੇ ਪੁਖਤਾ ਜਿਹੜੇ ਉਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਕੀਤੀ ਹੋਈ ਸੀਗੀ ਉਸ ਦੇ ਜਿਹੜੇ ਸੀਗੇ ਜਿੰਨੇ ਵੀ ਸਮਾਨ ਸੀਗਾ ਉਹਨਾਂ ਨੇ ਕੋਰਟ ਵਿੱਚ ਪੇਸ਼ ਕੀਤਾ ਔਰ ਪੇਸ਼ ਕਰਨ ਤੋਂ ਬਾਅਦ ਜਿਹੜਾ ਰਿਮਾਂਡ ਜਿਹੜਾ ਮੰਗਿਆ ਸੀਗਾ ਉਸ ਰਿਮਾਂਡ ਦੇ ਵਿੱਚ ਜਿਹੜਾ ਉਹਨਾਂ ਨੇ ਰਿਮਾਂਡ 7 ਦਿਨ ਦਾ ਮੰਗਿਆ ਸੀਗਾ, ਜਿਸ ਦੇ ਵਿੱਚ ਉਹਨਾਂ ਨੂੰ 4 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਦਿੱਤਾ ਗਿਆ ਵਾ। ਔਰ ਉਸ ਦੇ ਬਾਵਜੂਦ ਹੁਣ ਜਿਹੜੀ ਵਿਜੀਲੈਂਸ ਹੈਗੀ ਆ ਉਹਨਾਂ ਦਾ ਕਹਿਣਾ ਹੈ ਕਿ ਇਨਵੈਸਟੀਗੇਸ਼ਨ ਹੋਰ ਕੀਤੀ ਜਾਊਗੀ ਔਰ ਹੋਰ ਤੱਥ ਸ਼ਾਇਦ ਨਿਕਲ ਕੇ ਸਾਹਮਣੇ ਆ ਸਕਦੇ ਨੇ। ਪਰ ਜਿਹੜਾ ਮੇਨ ਤੱਥ ਸੀਗਾ ਜਿਸ ਦੇ ਵਿੱਚ ਤੇਲੂ ਰਾਮ ਮੇਨ ਮੰਨਿਆ ਜਾਂਦਾ ਪਿਆ ਸੀਗਾ ਤਾਂ ਉਸ ਵੱਲੋਂ ਹੀ ਹੁਣ ਕਿਤੇ ਨਾ ਕਿਤੇ ਜਿਹੜਾ ਬਿਆਨ ਦੇ ਵਿੱਚ ਉਸਨੇ ਆਪਣੀ ਪਲਟੀ ਮਾਰ ਲਿੱਤੀ ਹੈ ਤੇ ਉਸ ਨੂੰ ਕਿਤੇ ਨਾ ਕਿਤੇ ਮੰਨਿਆ ਜਾ ਸਕਦਾ ਹੈ ਕਿ ਇਹ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਹੈ ਵੱਡੀਆਂ ਮੁਸ਼ਕਲਾਂ ਹੈ ਉਸ ਨੂੰ ਆਸਾਨ ਕਰ ਸਕਦਾ ਵਾ, ਉਸ ਨੂੰ ਘਟਾ ਸਕਦਾ ਵਾ। ਤੇ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੀ ਵਾਰੀ ਜੋ ਭਾਰਤ ਭੂਸ਼ਣ ਆਸ਼ੂ ਨੂੰ ਜਦੋਂ ਪੇਸ਼ ਕੀਤਾ ਜਾਊਗਾ ਤਾਂ ਉਸ ਵੇਲੇ ਵਿਜੀਲੈਂਸ ਪੱਖੋਂ ਉਹਨਾਂ ਨੂੰ ਪੁਖਤਾ ਹੋਰ ਸੋਲਿਡ ਜਿਹੜੇ ਸਬੂਤ ਹੈਗੇ ਨੇ ਜਾਂ ਐਵੀਡੈਂਸ ਹੈਗੇ ਨੇ ਉਹ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨੇ ਪੈਣੇ ਤਾਂ ਕਿ ਉਹ ਅਗਲਾ ਰਿਮਾਂਡ ਜਾਂ ਅੱਗੇ ਜਿਹੜੀ ਕਾਰਵਾਈ ਹੈ ਉਸ ਨੂੰ ਵਧਾ ਸਕਣ। ਪਰ ਹਾਲ ਦੀ ਫਿਲਹਾਲ ਜੇ ਅਗਰ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ 4 ਦਿਨ ਦਾ ਰਿਮਾਂਡ ਠੀਕ ਹੈ ਰੋਹਿਤ, ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਵੱਡੀ ਅਪਡੇਟ ਹੈ, ਵੱਡੀ ਜਾਣਕਾਰੀ ਹੈ ਕਿ ਭਾਰਤ ਭੂਸ਼ਣ ਆਸ਼ੂ ਨੂੰ 27 ਅਗਸਤ ਤੱਕ ਅਦਾਲਤ ਦੇ ਵੱਲੋਂ ਰਿਮਾਂਡ ਤੇ ਭੇਜ ਦਿੱਤਾ ਗਿਆ। ਹੁਣ ਰਿਮਾਂਡ ਦੇ ਦੌਰਾਨ ਪੂਰੇ ਮਾਮਲੇ ਨਾਲ ਜੁੜੇ ਕਥਿਤ ਘੁਟਾਲੇ ਨਾਲ ਜੁੜੇ ਹੋਏ ਕਈ ਤਰ੍ਹਾਂ ਦੇ ਸਵਾਲ ਜਵਾਬ ਨੇ ਜਿਹੜੇ ਕਿ ਵਿਜੀਲੈਂਸ ਵੱਲੋਂ ਕੀਤੇ ਜਾਣਗੇ। रुख करेंगे अगली वड्डी खबर। अगली वड्डी खबर साबका खजाना मंत्री के नाल जुड़ी हुई है। मनप्रीत बादल के खिलाफ शिकायत हुई है। विजिलेंस नूं मनप्रीत बादल के खिलाफ शिकायत दी गई है। स्वरूप चंद सिंगला ने यह शिकायत दी है। मनप्रीत के रिश्तेदार जोजो योहल का भी इस दे विच जिक्र किया गया, उसका भी इस दे विच नाम है। अनाज की ढोआ ढुआई दे विच भ्रिष्टाचार के इल्जाम लगे ने। बीजेपी के लीडर ने स्वरूप चंद सिंगला हालांकि पहला अकाली दल का हिस्सा सन, 2022 के उन्होंने बठिंडा तो हार का सामना करना पिया। उस तो बाद बीजेपी का पल्ला फड़ लिया क्योंकि बठिंडा शहरी हल्के की गल की जाए तो स्वरूप चंद सिंगला के वलों अकाली दल के चोण निशान से चोण लड़ी गई सी मनप्रीत बादल के खिलाफ। तो हुण स्वरूप चंद सिंगला के वलों मनप्रीत बादल के खिलाफ यह शिकायत विजिलेंस के कोल दर्ज करवाई गई है। मनप्रीत बादल जिहड़े कि साबका खजाना मंत्री ने, कैप्टन अमरिंदर की वजारत का भी हिस्सा रहे, चरणजीत चन्नी की वजारत का भी हिस्सा रहे, तो उन्होंने खिलाफ ये शिकायत हुई है। विजिलेंस नूं मनप्रीत बादल के खिलाफ शिकायत दी है। स्वरूप चंद सिंगला ने जिहड़े कि पहला अकाली दल का हिस्सा सन, उस तो बाद उन्होंने बीजेपी का पल्ला फड़ लिया। उत्थे मनप्रीत बादल के रिश्तेदार ने जोजो जोहल, उन्हों का भी नाम इस शिकायत में, उन्हों का भी जिक्र किया गया। अनाज की ढोआ ढुआई दे विच भ्रिष्टाचार के इल्जाम ने। बीजेपी के लीडर स्वरूप चंद सिंगला के वलों यह शिकायत दर्ज करवाई गई। हुण देखना होगा कि आने वाले दिनों के विच की कुछ एक्शन होंदा है, की कार्रवाई होंदी है, की आने वाले दिनों के विच मनप्रीत बादल दीयां भी मुश्किलां वध सकदियां ने, यह भी अजे सवाल है। रुख करांगे अगली वड्डी खबर दा। संगरूर दे मैडिकल कॉलेज ते ब्रेक लग गई। हाईकोर्ट के वलों मौजूदा स्थिति बरकरार रखने के हुक्म दिए गए हैं। एचजीपीसी ने हाईकोर्ट दरअसल पटीशन पाई है। गुरुद्वारा ट्रस्ट के वलों कॉलेज नूं जमीन ते दरअसल विवाद है। कॉलेज के लिए दिती जमीन ते एचजीपीसी ने हक जताया। 5 अगस्त को सीएम ने दरअसल कॉलेज का नींह पत्थर रखा सीगा ते इस दे नाल ही जुड़ी हुई है वड्डी खबर है। गुरुद्वारा ट्रस्ट के वलों कॉलेज नूं दिती जमीन ते ब्रेक लग गई है। वड्डी खबर तो दस रहे हैं, संगरूर के मैडिकल कॉलेज से ब्रेक लगी। हाईकोर्ट के वलों मौजूदा स्थिति बरकरार रखने के हुक्म दिए गए हैं। एचजीपीसी ने हाईकोर्ट दरअसल पटीशन पाई है। गुरुद्वारा ट्रस्ट के वलों कॉलेज नूं दिती जमीन ते पूरा विवाद है। कॉलेज के लिए दिती जमीन ते एचजीपीसी ने हक जताया है। 5 अगस्त को सीएम ने इस कॉलेज का नींह पत्थर रखा सी। तो वड्डी खबर जुड़ी हुई है संगरूर के मैडिकल कॉलेज के नाल।
ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ। ਉਮੇਸ਼, ਵਿਸਥਾਰ ਨਾਲ ਸਮਝਣਾ ਚਾਹਾਂਗੇ ਆਖਰਕਾਰ ਪੂਰਾ ਮਾਮਲਾ ਕੀ ਹੈ ਤੇ ਕੋਰਟ ਦੇ ਵੱਲੋਂ ਫਿਲਹਾਲ ਕੀ ਟਿੱਪਣੀ ਕੀਤੀ ਗਈ, ਕੀ ਫੈਸਲਾ ਸੁਣਾਇਆ ਗਿਆ? देखो मामला गुरुद्वारा अंगीठा साहब की जमीन नाल जुड़िया होया है। ये जमीन जिहड़ी हैगी है ओहदी मालिकाना हक SGPC कोल है, क्योंकि ये गुरुद्वारा जिहड़ा वो SGPC अंडर आंदा है। लेकिन उत्थे जिहड़ी ट्रस्ट है उस ट्रस्ट दे वल्लों ये जमीन गिफ्ट डीड सरकार नूं, पंजाब सरकार नूं दित्ती गई। ਜਦੋਂ ਇਹ ਸਾਰਾ ਇਸ਼ੂ ਆਇਆ ਤੇ ਪਟੀਸ਼ਨ ਵੀ ਪਾਈ ਗਈ ਸੀ, ਔਰ ਉੱਥੇ ਪਿਛਲੀ ਜੁਲਾਈ ਦੀ ਗੱਲ ਹੈ, ਇਹ ਜਿਹੜੀ ਜੁਲਾਈ ਗਈ ਹੈ, ਜੁਲਾਈ ਵਿੱਚ ਕੋਰਟ ਵਿੱਚ ਇਹ ਦੱਸਿਆ ਗਿਆ SGPC ਵੱਲੋਂ ਕਿ ਇਹ ਮਾਮਲਾ ਕੋਰਟ ਵਿੱਚ ਹੈ, ਇਸ ਕਰਕੇ ਕੋਈ ਵੀ ਏਦਾਂ ਦੀ ਇੱਥੇ ਮੈਡੀਕਲ ਕਾਲਜ ਹਸਪਤਾਲ ਦੀ ਨੀਂਹ ਜਿਹੜੀ ਗੱਲਾਂ ਚੱਲ ਰਹੀਆਂ ਉਹ ਨਾ ਕੀਤੀ ਜਾਵੇ। ਲੇਕਿਨ ਉਸ ਤੋਂ ਬਾਵਜੂਦ 5 ਅਗਸਤ ਨੂੰ ਸਰਕਾਰ ਵੱਲੋਂ ਉੱਥੇ ਨੀਂਹ ਪੱਤਰ ਰੱਖਿਆ ਗਿਆ ਸੀ, ਭਗਵੰਤ ਮਾਨ ਗਏ ਸੀਗੇ, ਔਰ ਉਸ ਤੋਂ ਬਾਅਦ ਦੁਬਾਰਾ ਫਿਰ ਇੱਕ ਐਪਲੀਕੇਸ਼ਨ ਲਾਈ ਗਈ ਉਹਦੇ ਵਿੱਚ, ਔਰ ਕੋਰਟ 'ਚ ਦੱਸਿਆ ਗਿਆ SGPC ਵੱਲੋਂ ਕਿ ਜਦੋਂ ਇਹ ਮਾਲਿਕਾਨਾ ਹੱਕ ਸਾਡਾ ਹੈ ਤਾਂ ਇਹ ਟਰਸਟ ਵੱਲੋਂ ਜ਼ਮੀਨ ਗਿਫਟ ਦਿੱਤੀ ਹੀ ਨਹੀਂ ਜਾ ਸਕਦੀ, ਕਿਉਂਕਿ SGPC ਦੇ ਅੰਡਰ ਇਹ ਗੁਰਦੁਆਰਾ ਆਉਂਦਾ ਹੈ। ਤੇ ਕੋਰਟ ਨੇ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਸਟੇਟਸ ਕੋ ਯਾਨੀ ਕਿ ਜਿਹੜੀ ਸਥਿਤੀ ਪਹਿਲਾਂ ਸੀਗੀ ਉਦਾਂ ਹੀ ਰੱਖਤੀ ਹੈ। ਹੁਣ 22 ਸਤੰਬਰ ਅਗਲੀ ਤਰੀਕ ਹੈ, ਦੇਖਣਾ ਹੋਏਗਾ ਹੁਣ ਪੰਜਾਬ ਸਰਕਾਰ 22 ਤਰੀਕ ਨੂੰ ਕੀ ਜਵਾਬ ਦਿੰਦੀ ਹੈ। ਹਾਂ ਠੀਕ ਹੈ ਉਮੇਸ਼, ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਸੰਗਰੂਰ ਦੇ ਮੈਡੀਕਲ ਕਾਲਜ ਤੇ ਬ੍ਰੇਕ ਲੱਗੀ ਹੈ। ਹਾਈ ਕੋਰਟ ਦੇ ਵੱਲੋਂ ਫਿਲਹਾਲ ਜਿਵੇਂ ਦੀ ਤੇਵੇਂ ਦੀ ਸਥਿਤੀ ਬਣਾਈ ਰੱਖਣ ਦੇ ਲਈ ਕਿਹਾ ਗਿਆ। ਕਾਲਜ ਦੇ ਉੱਤੇ ਜ਼ਮੀਨ ਤੇ SGPC ਦੇ ਵੱਲੋਂ ਦਰਅਸਲ ਹੱਕ ਜਤਾਇਆ ਗਿਆ, ਉਸ ਤੋਂ ਬਾਅਦ ਹਾਈ ਕੋਰਟ ਦਾ ਰੁਖ ਕੀਤਾ ਗਿਆ SGPC ਦੇ ਵੱਲੋਂ, ਤੇ ਫਿਲਹਾਲ ਸੰਗਰੂਰ ਦੇ ਮੈਡੀਕਲ ਕਾਲਜ ਤੇ ਬ੍ਰੇਕ ਲੱਗੀ ਹੈ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਚੈਂਪੀਅਨਸ ਦੀ। ਇਹ ਚੈਂਪੀਅਨਸ ਉਹ ਚੈਂਪੀਅਨਸ ਨੇ, ਉਹ ਹਾਕੀ ਦੇ ਖਿਡਾਰੀ ਜਿਨ੍ਹਾਂ ਦੇ ਵੱਲੋਂ ਆਪਣਾ ਹੱਕ ਮੰਗਿਆ ਜਾ ਰਿਹਾ। 올림픽 ਮੈਡਲ ਜੇਤੂਆਂ ਨੇ ਹੱਕ ਮੰਗਿਆ ਸਰਕਾਰ ਤੋਂ। ਹਾਕੀ ਖਿਡਾਰੀਆਂ ਦਾ ਪੰਜਾਬ ਸਰਕਾਰ ਤੇ ਇਲਜ਼ਾਮ ਹੈ ਕਿ ਵਾਅਦੇ ਮੁਤਾਬਿਕ ਸਾਨੂੰ ਨੌਕਰੀ ਨਹੀਂ ਦਿੱਤੀ ਗਈ। ਖਿਡਾਰੀਆਂ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ। ਚੰਨੀ ਸਰਕਾਰ ਨੇ ਆਫਰ ਲੈਟਰ ਦਿੱਤੇ ਸੀਗੇ, ਪਰ ਅਜੇ ਤੱਕ ਉਹਨਾਂ ਨੂੰ ਜੁਆਇਨਿੰਗ ਲੈਟਰ ਮਿਲੇ ਨਹੀਂ। ਖਿਡਾਰੀਆਂ ਦੇ ਵੱਲੋਂ ਸਰਕਾਰ ਤੇ ਪਿਛਲੀ ਸਰਕਾਰ ਨੂੰ ਵੀ ਘੇਰਿਆ ਜਾ ਰਿਹਾ ਤੇ ਮੌਜੂਦਾ ਸਰਕਾਰ ਨੂੰ ਵੀ ਸਵਾਲ ਕੀਤੇ ਜਾ ਰਹੇ ਨੇ। ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਜਦੋਂ ਪਿਛਲੀਆਂ 올림픽ਸ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਉਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਸਨ, ਉਹਨਾਂ ਦੇ ਵੱਲੋਂ ਉਹਨਾਂ ਨੂੰ ਆਫਰ ਕੀਤੀ ਗਈ, ਨੌਕਰੀ ਦੀ ਆਫਰ ਲੈਟਰ ਦੇ ਦਿੱਤੇ ਗਏ। ਉਸ ਤੋਂ ਬਾਅਦ ਨਵੀਂ ਸਰਕਾਰ ਆ ਗਈ। ਹੁਣ ਸੂਬੇ ਦੇ ਮੁੱਖ ਮੰਤਰੀ ਮਾਨ ਨੇ, ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਮੁੱਖ ਮੰਤਰੀ ਨਾਲ ਹੀ ਮੁਲਾਕਾਤ ਹੋਈ ਹੈ, ਉਹਨਾਂ ਦੀ ਖੇਡ ਮੰਤਰੀ ਨਾਲ ਹੀ ਮੁਲਾਕਾਤ ਹੋਈ ਹੈ, ਪਰ ਅਜੇ ਤੱਕ ਉਹਨਾਂ ਨੂੰ ਜੁਆਇਨਿੰਗ ਲੈਟਰ ਨਹੀਂ ਮਿਲੇ। ਸਰਕਾਰ ਵੱਲੋਂ, ਮੌਜੂਦਾ ਸਰਕਾਰ ਵੱਲੋਂ ਆਫਰ ਲੈਟਰ ਦਿੱਤੀਆਂ ਗਈਆਂ ਸੀ ਤੇ ਜੌਬ ਦਾ ਮਤਲਬ ਕਿ ਪ੍ਰੋਮਿਸ ਕੀਤਾ ਗਿਆ ਸੀ, ਤੇ ਉਹਦੇ ਰਿਲੇਟਡ ਹੀ ਅਸੀਂ ਹੁਣ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਅਸੀਂ ਉਹੀ ਚੀਜ਼ ਦੀ ਵੇਟ ਕਰ ਰਹੇ ਹਾਂ ਕਿ ਸਾਨੂੰ ਜੁਆਇਨਿੰਗ ਲੈਟਰ ਦਿੱਤੀਆਂ ਜਾਣ ਜਲਦ ਤੋਂ ਜਲਦ। ਇਸ ਸਰਕਾਰ ਤੋਂ ਅਸੀਂ ਇਹੀ ਉਮੀਦ ਕਰ ਰਹੇ ਹਾਂ, ਕਿਉਂਕਿ ਉਸ ਦੇ ਵਿੱਚ 1 ਸਾਲ ਹੋ ਗਿਆ, ਪੂਰਾ ਕੰਪਲੀਟ ਹੋ ਗਿਆ, ਜਿਸ ਵਿੱਚ ਅਸੀਂ ਪਹਿਲਾਂ 올림픽 ਮੈਡਲ ਤੇ ਹੁਣ ਕਿ ਅਸੀਂ ਉਹਨਾਂ ਨੂੰ ਪਹਿਲਾਂ ਮਿਲ ਕੇ ਆਏ ਹਾਂ CM ਸਾਹਿਬ ਨੂੰ, ਤੇ ਬੜੀ ਵਧੀਆ ਮੁਲਾਕਾਤ ਰਹੀ ਹੈ ਜੀ ਸਾਡੀ ਉਹਨਾਂ ਨਾਲ। ਉਹਨਾਂ ਨੇ ਸਾਨੂੰ ਬਕਾਇਦਾ ਆਪਣਾ ਵਧੀਆ ਟਾਈਮ ਦਿੱਤਾ ਜੀ, ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡਾ ਪ੍ਰੋਸੈਸ ਹੈ ਜੀ, ਕਿ ਜਿਹੜੇ ਜਿੱਦਾਂ ਵਰੁਣ ਨੇ ਦੱਸਿਆ ਜੀ ਕਿ ਜਿਹੜੇ PPS ਵਾਲੇ ਮੁੰਡੇ ਆ ਜੀ, ਉਹਨਾਂ ਦੀ ਸਾਰੀਆਂ ਵੈਰੀਫਿਕੇਸ਼ਨਾਂ ਹੋ ਗਈਆਂ, ਮੈਡੀਕਲ ਵਗੈਰਾ ਸਾਰਾ ਕੁਝ ਹੋ ਚੁੱਕਿਆ ਜੀ, ਬਸ ਇੱਕ ਜੁਆਇਨਿੰਗ ਲੈਟਰ ਆ ਜੀ। ਬਾਕੀ ਮੁੰਡੇ ਜਿਹੜੇ PPS ਵਾਲੇ ਆ ਜੀ, PCS ਵਾਲੇ ਆ, ਇਹਨਾਂ ਦਾ ਵੀ ਪ੍ਰੋਸੈਸ ਚੱਲ ਰਿਹਾ ਹੈ। ਤੇ ਬਸ ਮੇਨ ਇਹ ਹੈ ਕਿ ਜਿਹੜਾ ਪ੍ਰੋਟੋਕਾਲ ਆ ਕਿ ਉਹ 5 ਸਾਲ ਦਾ ਲਿਖਿਆ ਹੋਇਆ ਹੈ। ਫਿਰ ਮੇਨ ਇਹੀ ਹੈ ਕਿ ਜੇ ਜਿਨ੍ਹਾਂ ਦਾ ਜੋ ਵੈਰੀਫਿਕੇਸ਼ਨ ਸਾਰਾ ਕੁਝ ਕਲੀਅਰ ਹੋ ਚੁੱਕਿਆ ਜੀ, ਉਹਨਾਂ ਨੂੰ ਜਲਦੀ ਤੋਂ ਜਲਦੀ ਆਪਣਾ ਕਰ ਦਿੱਤਾ ਜਾਵੇ ਤੇ ਇਹਨਾਂ ਨੂੰ ਇੱਕ ਟਾਈਮ ਦਿੱਤਾ ਜਾਵੇ ਕਿ ਤੁਹਾਨੂੰ ਇੰਨੇ ਟਾਈਮ ਦੇ ਵਿੱਚ ਤੁਸੀਂ ਆਪਣਾ ਸਾਰਾ ਡਾਟਾ ਆਪਣਾ ਰੱਖਦੇ ਹੋ ਤੇ ਤੁਹਾਨੂੰ ਵੀ ਮਤਲਬ ਜੁਆਇਨ ਹੋ ਜਾਵੇ। ਬਸ ਇਹ ਸਾਡੀ ਉਮੀਦ ਹੈ, ਕਿਉਂਕਿ ਜੀ ਸੋ 올림픽 ਮੈਡਲ ਜੇਤੂਆਂ ਦੇ ਵੱਲੋਂ ਦਰਅਸਲ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਹਾਕੀ ਦੇ ਖਿਡਾਰੀ ਨੇ ਜਿਨ੍ਹਾਂ ਦੇ ਵੱਲੋਂ ਪਿਛਲੇ 올림픽 ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਤਾਂ ਉਸ ਵੇਲੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਸਨ, ਦਾ ਕਹਿਣਾ ਹੈ ਕਿ ਉਸ ਵੇਲੇ ਦੇ ਮੁੱਖ ਮੰਤਰੀ ਉਹਨਾਂ ਨੂੰ ਆਫਰ ਲੈਟਰ ਵੀ ਦੇ ਦਿੱਤੇ ਗਏ ਨੌਕਰੀ ਨੂੰ ਲੈ ਕੇ, ਪਰ ਸਰਕਾਰ ਵੀ ਬਦਲ ਗਈ। ਹੁਣ ਮਾਨ ਸਰਕਾਰ ਹੈ ਸੂਬੇ ਦੇ ਵਿੱਚ। ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਮੁੱਖ ਮੰਤਰੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ, ਪਰ ਅਜੇ ਤੱਕ ਉਹਨਾਂ ਦਾ ਨੌਕਰੀ ਦਾ ਇੰਤਜ਼ਾਰ ਖਤਮ ਨਹੀਂ ਹੋਇਆ। ਉਹਨਾਂ ਨੇ ਅਪੀਲ ਵੀ ਕੀਤੀ ਹੈ ਸਰਕਾਰ ਨੂੰ, ਮੰਗ ਵੀ ਕੀਤੀ ਹੈ ਕਿ ਉਹਨਾਂ ਦੀ ਜਿਹੜੀ ਮੰਗ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਮਨੋਬਲ ਹੋਰ ਵਧੇ ਤੇ ਹੋਰ ਉਤਸ਼ਾਹ ਦੇ ਨਾਲ ਹੋਰ ਵਧੀਆ ਪ੍ਰਦਰਸ਼ਨ ਕਰਕੇ ਹੋਰ ਜਿਹੜੇ ਮੈਡਲ ਨੇ ਉਹ ਦੇਸ਼ ਦੀ ਝੋਲੀ ਦੇ ਵਿੱਚ ਪਾ ਸਕਣ। ਤੁਹਾਨੂੰ ਤਸਵੀਰਾਂ ਵਿਖਾ ਰਹੇ ਇਹਨਾਂ ਖਿਡਾਰੀਆਂ ਦੇ ਜਿਨ੍ਹਾਂ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਤੇ ਇਲਜ਼ਾਮ ਲਗਾਏ ਨੇ। ਕਿਤੇ ਨਾ ਕਿਤੇ ਮੌਜੂਦਾ ਤੇ ਸਾਬਕਾ ਸਰਕਾਰ ਦੋਵਾਂ ਸਰਕਾਰਾਂ ਤੋਂ ਕਿਤੇ ਨਾ ਕਿਤੇ ਨਾਰਾਜ਼ ਨਜ਼ਰ ਆ ਰਹੇ ਨੇ। ਖਿਡਾਰੀਆਂ ਦਾ ਕਹਿਣਾ ਹੈ ਕਿ ਜੋ ਸਰਕਾਰਾਂ ਦੇ ਵੱਲੋਂ ਵਾਅਦਾ ਕੀਤਾ ਗਿਆ ਸੀਗਾ ਉਹਨਾਂ ਦੇ ਨਾਲ, ਉਹ ਵਾਅਦਾ ਪੂਰਾ ਨਹੀਂ ਹੋਇਆ।
ਉਹਨਾਂ ਦਾ ਕਹਿਣਾ ਹੈ ਕਿ ਪਿਛਲੀ ਚੰਨੀ ਸਰਕਾਰ ਦੇ ਵੱਲੋਂ ਆਫਰ ਲੈਟਰ ਤਾਂ ਦੇ ਦਿੱਤੇ ਗਏ, ਨਾ ਉਦੋਂ ਨੌਕਰੀ ਮਿਲੀ, ਉਸ ਤੋਂ ਬਾਅਦ ਸਰਕਾਰ ਵੀ ਬਦਲ ਗਈ, ਪਰ ਉਹਨਾਂ ਨੂੰ ਅਜੇ ਤੱਕ ਜੁਆਇਨਿੰਗ ਲੈਟਰ ਨਹੀਂ ਮਿਲੇ। ਤੇ ਸਵਾਲ ਉਹਨਾਂ ਦਾ ਇਹੀ ਹੈ, ਸਵਾਲ ਉਹਨਾਂ ਵੱਲੋਂ ਇਹੀ ਕੀਤਾ ਜਾ ਰਿਹਾ ਕਿ ਆਖਿਰਕਾਰ ਉਹਨਾਂ ਦਾ ਨੌਕਰੀ ਵਾਲਾ ਜਿਹੜਾ ਇੰਤਜ਼ਾਰ ਹੈ ਉਹ ਖਤਮ ਕਦੋਂ ਹੋਵੇਗਾ, ਆਖਿਰਕਾਰ ਨੌਕਰੀ ਉਹਨਾਂ ਨੂੰ ਮਿਲੇਗੀ ਕਦੋਂ। ਓਲੰਪਿਕ ਮੈਡਲ ਜੇਤੂ ਆ ਇਹ ਖਿਡਾਰੀ ਜਿਹੜੇ ਕਿ ਆਪਣਾ ਹੱਕ ਮੰਗ ਰਹੇ ਨੇ, ਨੌਕਰੀ ਦੀ ਮੰਗ ਕਰ ਰਹੇ ਨੇ, ਕਿਉਂਕਿ ਪਿਛਲੀ ਸਰਕਾਰ ਦੇ ਵੱਲੋਂ ਉਹਨੂੰ ਆਫਰ ਕੀਤਾ ਗਿਆ ਸੀਗਾ। ਉਸ ਵੇਲੇ ਚਰਨਜੀਤ ਚੰਨੀ ਸੀਐਮ ਸਨ, ਮੁੱਖ ਮੰਤਰੀ ਸਨ। ਉਹਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਜਿਹੜਾ ਇੰਤਜ਼ਾਰ ਹੈ ਉਹ ਖਤਮ ਨਹੀਂ ਹੋਇਆ। ਵਾਅਦੇ ਮੁਤਾਬਿਕ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਨੌਕਰੀ ਨਹੀਂ ਮਿਲੀ, ਚੰਨੀ ਸਰਕਾਰ ਨੇ ਆਫਰ ਲੈਟਰ ਦਿੱਤੇ ਸੀਗੇ ਪਰ ਅਜੇ ਤੱਕ ਉਹਨਾਂ ਨੂੰ ਜੁਆਇਨਿੰਗ ਲੈਟਰ ਨਹੀਂ ਮਿਲੇ। ਉਹਨਾਂ ਨੇ ਇਹ ਵੀ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਮਾਨ ਦੇ ਨਾਲ ਵੀ ਜਿਹੜੇ ਖੇਡ ਮੰਤਰੀ ਨੇ ਮੀਤ ਹੀਰ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋ ਚੁੱਕੀ ਹੈ। ਹਾਲਾਂਕਿ ਸਰਕਾਰ ਦੇ ਨੂੰ ਭਰੋਸਾ ਜ਼ਰੂਰ ਦਿੱਤਾ ਗਿਆ ਹੈ ਪਰ ਅਜੇ ਵੀ ਉਹਨਾਂ ਦਾ ਇਹ ਸਵਾਲ ਬਰਕਰਾਰ ਹੈ ਕਿ ਆਖਿਰਕਾਰ ਇਹ ਮੰਗ ਪੂਰੀ ਕਦੋਂ ਹੋਵੇਗੀ, ਉਹਨਾਂ ਦਾ ਨੌਕਰੀ ਵਾਲਾ ਇੰਤਜ਼ਾਰ ਖਤਮ ਕਦੋਂ ਹੋਵੇਗਾ। ਦਰਅਸਲ ਜਲੰਧਰ ਦੀਆਂ ਤੁਹਾਨੂੰ ਨਾਲੇ ਤਸਵੀਰਾਂ ਵਿਖਾ ਰਹੇ, ਜਲੰਧਰ ਦੇ ਵਿੱਚ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਮੌਜੂਦਾ ਸਰਕਾਰ ਤੇ ਵੀ, ਸਾਬਕਾ ਸਰਕਾਰ ਤੇ ਵੀ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੁਰਿੰਦਰ ਕੰਬੋਜ ਜੁੜੇ ਹੋਏ ਨੇ। ਸੁਰਿੰਦਰ, ਪ੍ਰੈਸ ਕਾਨਫਰੰਸ ਕਰਕੇ ਇਹਨਾਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਨੇਗੇ, ਅਜੇ ਤੱਕ ਉਹਨਾਂ ਦਾ ਨੌਕਰੀ ਦਾ ਇੰਤਜ਼ਾਰ ਖਤਮ ਨਹੀਂ ਹੋਇਆ। ਵਿਸਥਾਰ ਨਾਲ ਸਮਝਣਾ ਚਾਹਾਂਗੇ ਕਿਹੜੇ-ਕਿਹੜੇ ਖਿਡਾਰੀ ਉੱਥੇ ਮੌਜੂਦ ਸਨ, ਉਹਨਾਂ ਦੇ ਕੀ ਨਾਰਾਜ਼ਗੀ ਆ ਦੋਵਾਂ ਸਰਕਾਰਾਂ ਤੋਂ ਹੀ। ਬਿਲਕੁਲ ਪਰਮਿੰਦਰ, ਜਿੱਦਾਂ ਕਿ ਪਿਛਲੀ ਜਦੋਂ ਓਲੰਪਿਕ ਖੇਡਾਂ ਹੋਈਆਂ ਸੀਗੀਆਂ ਉਦੋਂ ਬ੍ਰੌਂਜ਼ ਮੈਡਲ ਲੈ ਕੇ ਆਏ ਸੀਗੇ, ਤਾਂ ਉਦੋਂ ਇਹਨਾਂ ਨੂੰ ਕੈਪਟਨ ਸਰਕਾਰ ਜਦੋਂ ਹੋਂਦ ਵਿੱਚ ਸੀਗੀ ਉਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹਨਾਂ ਨੂੰ ਭਰੋਸਾ ਦਿੱਤਾ ਸੀ ਵੀ ਤੁਹਾਨੂੰ ਪੰਜਾਬ ਪੁਲਿਸ ਨੂੰ ਨੌਕਰੀ ਦਿੱਤੀ ਜਾਵੇਗੀ। ਤੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੀ ਆਏ, ਉਹਨਾਂ ਨੇ ਵੀ ਇਹਨਾਂ ਨੂੰ ਆਫਰ ਲੈਟਰ ਦਿੱਤੀ ਸੀ ਪਰ ਜੁਆਇਨਿੰਗ ਲੈਟਰ ਜਿਹੜੀ ਸੀ ਉਹ ਦਿੱਤੀ ਇਹਨਾਂ ਨੂੰ ਮਿਲੀ। ਤੇ ਹੁਣ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਹੈ, ਜੁਆਇਨਿੰਗ ਲੈਟਰ ਜਿਹੜੀ ਹੈਗੀ ਆ ਉਹ ਇਹਨਾਂ ਨੂੰ ਨਹੀਂ ਮਿਲੀ ਹੈਗੀ, ਜਿਸ ਕਰਕੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਵੱਡਾ ਰੋਸ ਜਿਹੜਾ ਹੈਗਾ ਇਹਨਾਂ ਵਿੱਚ ਉਹ ਪਾਇਆ ਜਾ ਰਿਹਾ ਹੈਗਾ। ਔਰ ਨਾਲ ਦੀ ਨਾਲ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਵੀ ਸਾਨੂੰ ਭਰੋਸਾ ਦਿੱਤਾ ਜਾ ਰਿਹਾ ਪਰ ਨੌਕਰੀ ਨਹੀਂ ਦਿੱਤੀ ਜਾ ਰਹੀ। ਇਹਨਾਂ ਦੇ ਵਿੱਚੋਂ 5 ਜਿਹੜੇ ਪਲੇਅਰ ਹੈਗੇ ਨੇ ਉਹ ਪੀਪੀਐਸ ਦੀ ਨੌਕਰੀ ਵਿੱਚ ਜਿਹਨਾਂ ਨੂੰ ਦਿੱਤੀ ਜਾਣੀ ਹੈ ਔਰ 4 ਪਲੇਅਰ ਜਿਹੜੇ ਹੈਗੇ ਇਹਨਾਂ ਨੂੰ ਜਿਹੜੀ ਪੀਸੀਐਸ ਦੀ ਨੌਕਰੀ ਜਿਹੜੀ ਹੈਗੀ ਉਹ ਦੇਣੀ ਹੈਗੀ ਆ। ਔਰ ਸਾਫ਼ ਇਹਨਾਂ ਦਾ ਕਹਿਣਾ ਹੈਗਾ ਕਿ ਭਰੋਸਾ ਜ਼ਰੂਰ ਦਿੱਤਾ ਜਾ ਰਿਹਾ ਪਰ ਨੌਕਰੀ ਜਿਹੜੀ ਹਜੇ ਤੱਕ ਨਹੀਂ ਦਿੱਤੀ ਜਾ ਰਹੀ ਹੈ। ਜੀ ਪਰਮਿੰਦਰ। ਸੁਰਿੰਦਰ, ਉਹਨਾਂ ਦਾ ਕੀ ਕਹਿਣਾ ਹੈ? ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਵੇਂ ਮੌਜੂਦਾ ਮੁੱਖ ਮੰਤਰੀ ਨਾਲ ਵੀ ਗੱਲਬਾਤ ਕੀਤੀ ਗਈ ਹੈ, ਭਰੋਸਾ ਮਿਲਿਆ ਹੈ। ਮੌਜੂਦਾ ਮੁੱਖ ਮੰਤਰੀ ਵੱਲੋਂ ਖੇਡ ਮੰਤਰੀ ਮੀਤ ਹੇਰ ਦੇ ਵੱਲੋਂ ਉਹਨਾਂ ਨੂੰ ਕੀ ਭਰੋਸਾ ਦਿੱਤਾ ਗਿਆ ਹੈ? ਕੋਈ ਉਹਨਾਂ ਦਾ ਕਹਿਣਾ ਹੈ, ਕੋਈ ਸੰਕੇਤ ਮਿਲੇ ਨੇ ਕਿ ਆਖਿਰਕਾਰ ਕਦੋਂ ਤੱਕ ਉਹਨਾਂ ਦਾ ਨੌਕਰੀ ਦਾ ਇੰਤਜ਼ਾਰ ਹੈ ਉਹ ਖਤਮ ਹੋਵੇਗਾ? ਬਿਲਕੁਲ ਪਰਮਿੰਦਰ, ਜਿੱਦਾਂ ਕਿ ਇਹਨਾਂ ਦੇ ਅੱਜ ਜਿਹੜੇ ਆਰੋਪ ਲਗਾਏ ਹੈਗੇ ਆ ਉਹਨਾਂ ਨੇ ਬਾਰ-ਬਾਰ ਇਹੀ ਗੱਲ ਕਹੀ ਆ, ਭਾਵੇਂ ਉਹ ਮੀਤ ਹੇਰ ਹੋਣ ਚਾਹੇ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਣ, ਉਹਨਾਂ ਵੱਲੋਂ ਭਰੋਸਾ ਤਾਂ ਜ਼ਰੂਰ ਦਿੱਤਾ ਜਾ ਰਿਹਾ ਪਰ ਨੌਕਰੀ ਨਹੀਂ ਦਿੱਤੀ ਜਾ ਰਹੀ। ਹਾਲਾਂਕਿ ਜਿਹੜੀਆਂ ਹੁਣ ਕਾਮਨਵੈਲਥ ਗੇਮਾਂ ਹੋਈਆਂ ਉਹਨਾਂ ਦੇ ਵਿੱਚ ਵੀ ਇਹ ਸਿਲਵਰ ਮੈਡਲ ਲੈ ਕੇ ਆਏ ਪਰ ਇਹਨਾਂ ਦੀ ਨੌਕਰੀ ਨੂੰ ਅੱਖੋਂ ਪਰੋਖਾ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ। ਜੀ ਹਾਂ, ਠੀਕ ਹੈ ਸੁਰਿੰਦਰ, ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਹਾਕੀ ਖਿਡਾਰੀਆਂ ਦੇ ਵੱਲੋਂ, ਓਲੰਪਿਕ ਜੇਤੂ ਖਿਡਾਰੀਆਂ ਦੇ ਵੱਲੋਂ ਸਿੱਧੇ ਤੌਰ ਤੇ ਇਲਜ਼ਾਮ ਦੋਵਾਂ ਸਰਕਾਰਾਂ ਤੇ, ਸਾਬਕਾ ਸਰਕਾਰ ਤੇ ਵੀ ਲਗਾਏ ਜਾ ਰਹੇ ਨੇ, ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਆਖਿਰਕਾਰ ਅਜੇ ਤੱਕ ਉਹਨਾਂ ਨੂੰ ਨੌਕਰੀ ਕਿਉਂ ਨਹੀਂ ਮਿਲੀ, ਕਿਉਂਕਿ ਪਿਛਲੀ ਸਰਕਾਰ ਦੇ ਉਹਨਾਂ ਨੂੰ ਆਫਰ ਲੈਟਰ ਵੀ ਦੇ ਦਿੱਤੇ ਗਏ ਪਰ ਉਹਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਜੁਆਇਨਿੰਗ ਲੈਟਰ ਨਹੀਂ ਮਿਲੇ। ਸੋ ਫਿਲਹਾਲ ਇੱਥੇ ਰੁਕ ਰਹੇ, ਛੋਟੀ ਜਿਹੀ ਬ੍ਰੇਕ ਲਈ, ਜਲਦ ਹਾਜ਼ਰ ਹੁੰਦੇ ਆ ਬ੍ਰੇਕ ਤੋਂ ਬਾਅਦ।